विसाखी अमृत बाणी। ਅੱਜ जिस विषय ਨੂੰ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਉਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ। ਸਾਰਿਆਂ ਦੇ ਨਾਲ ਇਦਾਂ ਵਾਪਰਦਾ ਆ, ਤੁਸੀਂ ਵੀ ਅਕਸਰ ਇਹ ਚੀਜ਼ ਸੁਣੀ ਹੋਵੇਗੀ, ਤੁਹਾਡੇ ਨਾਲ ਵੀ ਅਜਿਹਾ ਵਾਪਰਿਆ ਹੋਵੇਗਾ ਕਿ ਜਦੋਂ ਵੀ ਪਾਠ ਕਰਨ ਬੈਠਦੇ ਹਾਂ, ਨਿਤਨੇਮ ਕਰਨ ਬੈਠਦੇ ਹਾਂ ਤਾਂ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ। ਇੱਕ ਆਮ ਜਿਹੀ ਸਮੱਸਿਆ ਆ ਸਾਰਿਆਂ ਦੇ ਨਾਲ ਹੀ ਕਿ ਬੰਦਾ ਪਾਠ ਤਾਂ ਕਰਨਾ ਚਾਹੁੰਦਾ ਆ ਪਰ ਉਹਨੂੰ ਨੀਂਦ ਦੀ ਜਿਹੜੀ ਇਹ ਬੁਰੀ ਬਲਾ ਆ ਉਹ ਚੰਬੜ ਜਾਂਦੀ ਹੈ, ਉਹ ਨਹੀਂ ਛੱਡਦੀ। ਪਾਠ ਕਰਨ ਵੇਲੇ ਨੀਂਦ ਆ ਹੀ ਜਾਂਦੀ ਹੈ। ਤੇ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਨਿਤਨੇਮ ਦੀਆਂ ਬਾਣੀਆਂ ਪੜ੍ਹਨਾ ਵੀ ਲਾਜ਼ਮੀ ਕੀਤਾ ਹੋਇਆ ਹੈ। ਇਹ ਹੁਕਮ ਹੈ ਗੁਰੂ ਸਾਹਿਬ ਦਾ ਕਿ ਇੱਕ ਸਿੱਖ ਹੋ ਕੇ ਉਹਦੇ ਵਾਸਤੇ ਨਿਤਨੇਮ ਦੀਆਂ ਬਾਣੀਆਂ ਪੜ੍ਹਨਾ, ਉਹਨਾਂ ਦਾ ਪਾਠ ਕਰਨਾ ਲਾਜ਼ਮੀ ਹੈ। ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਬਾਣੀਆਂ ਤੇ ਸ਼ਾਮ ਵੇਲੇ ਦੀ ਰਹਿਰਾਸ ਸਾਹਿਬ ਦੀ ਬਾਣੀ, ਰਾਤ ਨੂੰ ਸੌਣ ਤੋਂ ਪਹਿਲਾਂ ਸੁਹਲਾ ਸਾਹਿਬ ਦਾ ਪਾਠ ਕਰਨਾ ਜ਼ਰੂਰੀ ਹੈ। ਇਸੇ ਤਰ੍ਹਾਂ ਅਰਦਾਸ ਕਰਨਾ, ਪਾਠ ਤੋਂ ਬਾਅਦ ਅਰਦਾਸ ਕਰਨਾ ਵੀ ਨਿਤਨੇਮ ਦਾ ਹੀ ਇੱਕ ਜ਼ਰੂਰੀ ਹਿੱਸਾ ਹੈ, ਕਿਉਂਕਿ ਮੰਨਿਆ ਜਾਂਦਾ ਹੈ ਕਿ ਜੇਕਰ ਬਾਣੀ ਪੜ੍ਹਨ ਤੋਂ ਬਾਅਦ, ਨਿਤਨੇਮ ਕਰਨ ਤੋਂ ਬਾਅਦ ਅਰਦਾਸ ਨਾ ਕੀਤੀ ਜਾਵੇ ਤਾਂ ਉਹਦਾ ਫਲ ਨਹੀਂ ਮਿਲਦਾ, ਜਾਂ ਕਹਿ ਲਓ ਕਿ ਉਹ ਦਰ ਤੇ ਪ੍ਰਵਾਨ ਨਹੀਂ ਹੁੰਦਾ। ਕਿਉਂਕਿ ਅਰਦਾਸ ਨੂੰ ਵੀ ਇੱਕ ਬਹੁਤ ਉਹਦੀ ਅਹਿਮੀਅਤ ਆ। ਭਾਵੇਂ ਕਿ ਇਹ ਵੀ ਕਿਹਾ ਗਿਆ ਹੈ ਕਿ ਪਰਮਾਤਮਾ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਆ, ਜੋ ਦਿੰਦਾ ਆ ਉਹਦੀ ਰਜ਼ਾ ਵਿੱਚ ਖੁਸ਼ ਰਹਿਣਾ ਚਾਹੀਦਾ ਹੈ, ਪਰ ਅਰਦਾਸ ਵੀ ਵਾਹਿਗੁਰੂ ਦੇ ਵੱਲੋਂ ਹੀ ਆਪਾਂ ਨੂੰ ਬਖਸ਼ੀ ਗਈ ਹੈ ਕਿ ਇਹਦੇ ਵਿੱਚ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਤੇ ਨਾਲ ਦੀ ਨਾਲ ਜੋ ਵੀ ਮੰਗਣਾ ਚਾਹੀਦਾ ਹੈ ਉਹ ਉਸ ਇੱਕੋ ਅਕਾਲ ਪੁਰਖ ਤੋਂ ਹੀ ਮੰਗਣਾ ਚਾਹੀਦਾ ਹੈ। ਇਸ ਕਰਕੇ ਅਰਦਾਸ ਦਾ ਵੀ ਇੱਕ ਉਹਦੀ ਅਲੱਗ ਅਹਿਮੀਅਤ ਹੈ। ਤੇ ਜਿੱਦਾਂ ਆਪਾਂ ਨੂੰ ਜਿਉਂਦੇ ਰਹਿਣ ਵਾਸਤੇ, ਸਾਹਾਂ ਨੂੰ ਚੱਲਦੇ ਰੱਖਣ ਵਾਸਤੇ, ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਭੋਜਨ ਦੀ ਲੋੜ ਹੈ। ਸਾਨੂੰ ਭੁੱਖ ਲੱਗਦੀ ਹੈ, ਅਸੀਂ ਭੋਜਨ ਛਕਦੇ ਹਾਂ। ਜਿੱਦਾਂ ਭੋਜਨ ਦੀ ਲੋੜ ਹੈ, ਇਸੇ ਤਰ੍ਹਾਂ ਸਿੱਖ ਵਾਸਤੇ, ਉਹਦੇ ਆਤਮਿਕ ਜੀਵਨ ਵਾਸਤੇ ਨਿਤਨੇਮ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਸ ਚੀਜ਼ ਨੂੰ ਉਹ ਹੀ ਮਹਿਸੂਸ ਕਰ ਸਕਦਾ ਹੈ ਜਿਹੜਾ ਰੋਜ਼ਾਨਾ ਨਿਤਨੇਮ ਕਰਦਾ ਹੋਵੇ। ਪਰ ਨਿਤਨੇਮ ਕਰਨ ਦੇ ਵੇਲੇ ਜਾਂ ਕੋਈ ਹੋਰ ਪਾਠ ਕਰਨ ਦੇ ਵੇਲੇ, ਖਾਸ ਕਰਕੇ ਅੰਮ੍ਰਿਤ ਵੇਲੇ ਇੱਕ ਜਿਹੜੀ ਆਮ ਸਮੱਸਿਆ ਆਉਂਦੀ ਹੈ ਕਿ ਸਾਨੂੰ ਨੀਂਦ ਬਹੁਤ ਆਉਂਦੀ ਹੈ। ਜਿਹੜੇ ਨਿਤਨੇਮ ਦਾ ਪਾਠ ਕਰਦੇ ਨੇ ਜਾਂ ਫਿਰ ਜਿਹੜੇ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਨਿਤਨੇਮ ਕਰਨ ਵੇਲੇ ਨੀਂਦ ਬਹੁਤ ਆਉਣ ਲੱਗ ਜਾਂਦੀ ਹੈ, ਉਹਨਾਂ ਵਾਸਤੇ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਕਿ ਨਿਤਨੇਮ ਕਰਨਾ ਤਾਂ ਬਹੁਤ ਜ਼ਰੂਰੀ ਹੈ, ਪਰ ਨਿਤਨੇਮ ਕਰਨਾ ਤਦੇ ਹੀ ਜ਼ਿਆਦਾ ਜ਼ਰੂਰੀ, ਉਹਦਾ ਫਲ ਤਦੇ ਹੀ ਜ਼ਿਆਦਾ ਸਾਨੂੰ ਮਿਲੇਗਾ, ਮਜ਼ਾ ਤਾਂ ਆਵੇਗਾ ਜੇਕਰ ਉਸ ਨਿਤਨੇਮ ਨੂੰ ਜਾਂ ਕੋਈ ਵੀ ਬਾਣੀ ਹੈ ਉਹਨੂੰ ਆਪਾਂ ਆਨੰਦਿਤ ਹੋ ਕੇ, ਸਾਵਧਾਨ ਹੋ ਕੇ, ਇਕਾਗਰ ਚਿਤ ਹੋ ਕੇ, ਸੰਸਾਰ ਦੇ ਜਿਹੜੇ ਬਾਕੀ ਫੁਰਨੇ ਆ ਮਨ ਦੇ ਵਿੱਚ, ਦਿਮਾਗ ਦੇ ਵਿੱਚ ਕੋਈ ਬਾਕੀ ਫੁਰਨੇ ਨਾ ਚੱਲਣ, ਨੀਂਦ ਨਾ ਆਵੇ, ਉਵਾਸੀਆਂ ਨਾ ਲੈਂਦੇ ਹੋਈਏ ਤੇ ਪੂਰੀ ਸਾਵਧਾਨ ਇਕਾਗਰਤਾ ਦੇ ਨਾਲ ਅਸੀਂ ਉਸ ਪਾਠ ਨੂੰ ਕਰੀਏ ਤਾਂ ਹੀ ਆਨੰਦ ਮਿਲਦਾ ਹੈ, ਪਾਠ ਦੇ ਵਿੱਚ ਸਾਡਾ ਮਨ ਲੱਗਦਾ ਹੈ। ਤੇ ਅਜਿਹਾ ਕਿਵੇਂ ਹੋਵੇਗਾ ਉਸ ਬਾਰੇ ਆਪਾਂ ਜਾਣਦੇ ਹਾਂ। ਸਾਰੇ ਗੁਰੂ ਸਾਹਿਬਾਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਦਸਮ ਗ੍ਰੰਥ ਰੂਪ ਦੇ ਵਿੱਚ ਬੇਅੰਤ ਖਜ਼ਾਨੇ, ਗੁਰਬਾਣੀ ਦੇ ਖਜ਼ਾਨੇ ਭੰਡਾਰ ਬਖਸ਼ੇ ਨੇ, ਪਰ ਫਿਰ ਵੀ ਨਿਤਨੇਮ ਦੀ ਬਾਣੀ ਨੂੰ ਬਹੁਤ ਹੀ ਉਹਨੂੰ ਕਿਹਾ ਗਿਆ ਹੈ, ਲਾਜ਼ਮੀ ਕੀਤਾ ਗਿਆ ਇੱਕ ਸਿੱਖ ਦੇ ਵਾਸਤੇ ਕਿ ਨਿਤਨੇਮ ਦਾ ਪਾਠ ਕਰਨਾ ਬਹੁਤ ਹੀ ਜ਼ਰੂਰੀ ਹੈ ਇੱਕ ਸਿੱਖ ਦੇ ਲਈ, ਤੇ ਨਾਲ ਹੀ ਅਰਦਾਸ। ਤੇ ਗੁਰੂ ਸਾਹਿਬ ਦਾ ਇਹ ਵੀ ਬਚਨ ਹੈ ਕਿ ਜਿਹੜਾ ਸਿੱਖ ਨਿਤਨੇਮ ਦਾ ਪਾਠ ਕਰਦਾ ਹੈ, ਅੰਮ੍ਰਿਤ ਵੇਲੇ ਨਾਮ ਸਿਮਰਨ ਕਰਦਾ ਹੈ, ਨਾਲ ਦੀ ਨਾਲ ਖਾਲਸੇ ਦੇ ਬਾਕੀ ਸਾਰੇ ਨਿਯਮਾਂ ਦੇ ਵਿੱਚ ਪਰਪੱਕ ਹੈ, ਉਹ ਹੀ ਮੁਕਤੀ ਦਾ ਹੱਕਦਾਰ ਹੈ। ਤੇ ਜਿਹੜਾ ਚਾਹੁੰਦਾ ਹੈ ਇਸ ਜਨਮ ਦੇ ਵਿੱਚ ਰਹਿੰਦੇ ਰਹਿੰਦੇ ਹੀ ਜਨਮਾਂ ਮਰਨਾਂ ਦੇ ਜਿਹੜੇ ਇਹ ਸਾਰੇ ਚੱਕਰ ਆ ਉਹਨਾਂ ਤੋਂ ਮੁਕਤੀ ਮਿਲ ਜਾਵੇ, ਤਾਂ ਉਸ ਵਾਸਤੇ ਵੀ ਨਿਤਨੇਮ ਦਾ ਪਾਠ ਤੇ ਨਾਮ ਸਿਮਰਨ, ਗੁਰਬਾਣੀ ਪੜ੍ਹਨਾ ਬਹੁਤ ਹੀ ਜ਼ਰੂਰੀ ਹੈ। ਗੁਰਬਾਣੀ ਦੇ ਅਨੁਸਾਰ ਇਹ ਦੱਸਿਆ ਗਿਆ ਹੈ। ਤੇ ਵੈਸੇ ਵੀ ਲਾਈਫ ਇੰਨੀ ਜ਼ਿਆਦਾ ਬਿਜ਼ੀ ਹੋ ਗਈ ਹੈ ਕਿ ਬੰਦੇ ਦੇ ਕੋਲ ਦਿਨ ਭਰ ਦੇ ਵਿੱਚ ਬਾਣੀ ਪੜ੍ਹਨ ਵਾਸਤੇ ਸਮਾਂ ਨਹੀਂ ਹੈ, ਤਾਂ ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਅੰਮ੍ਰਿਤ ਵੇਲੇ ਤੇ ਸ਼ਾਮ ਦੇ ਵੇਲੇ ਥੋੜਾ ਜਿਹੜਾ ਇਹ ਦਸਵੰਧ ਹੈ ਉਹ ਜ਼ਰੂਰ ਕੱਢੇ, ਦਿਨ ਭਰ ਦੇ ਵਿੱਚ ਨਿਤਨੇਮ ਦਾ ਪਾਠ ਉਹ ਜ਼ਰੂਰ ਕਰੇ। ਤੇ ਜੇਕਰ ਹੁਣ ਨੀਂਦ ਦੀ ਗੱਲ ਕਰੀਏ ਕਿ ਨੀਂਦ ਕਿਉਂ ਆਉਂਦੀ ਹੈ, ਨੀਂਦ ਇੱਕ ਕੁਦਰਤੀ ਤੌਰ ਤੇ ਹੀ ਹੈ ਕਿ ਇਨਸਾਨ ਨੂੰ ਨੀਂਦ ਪੂਰੀ ਕਰਨੀ ਚਾਹੀਦੀ ਹੈ ਜਿੰਨੀ ਉਹਨੂੰ ਨੀਂਦ ਆਉਂਦੀ ਹੈ, ਜਿੰਨੀ ਉਹਨੂੰ ਜ਼ਰੂਰਤ ਆ। ਜੇਕਰ ਅਸੀਂ ਨੀਂਦ ਪੂਰੀ ਨਹੀਂ ਕਰਦੇ, ਸਾਡਾ ਸਵੇਰ ਨੂੰ ਉੱਠਣ ਨੂੰ ਮਨ ਨਹੀਂ ਕਰਦਾ, ਤੇ ਜੇਕਰ ਅਸੀਂ ਜ਼ਬਰਦਸਤੀ ਉੱਠ ਵੀ ਜਾਂਦੇ ਹਾਂ ਤਾਂ ਫਿਰ ਪਾਠ ਕਰ ਲੈਂਦੇ ਹਾਂ, ਪਾਠ ਕਰਦੇ ਕਰਦੇ ਸਾਨੂੰ ਬਹੁਤ ਨੀਂਦ ਆਉਂਦੀ ਹੈ, ਅਸੀਂ ਉਬਾਸੀਆਂ ਲਈ ਜਾਂਦੇ ਹਾਂ, ਸਾਡਾ ਧਿਆਨ ਪਾਠ ਦੇ ਵਿੱਚ ਲੱਗਦਾ ਹੀ ਨਹੀਂ, ਹੁੰਦਾ ਹੈ ਕਿ ਜਲਦੀ ਪਾਠ ਫਿਨਿਸ਼ ਕਰ ਲਿਆ ਜਾਵੇ, ਖਤਮ ਕਰ ਲਿਆ ਜਾਵੇ, ਤਾਂ ਉਹਨੂੰ ਇੱਕ ਡਿਊਟੀ ਜੀ ਸਮਝ ਕੇ ਉਹ ਇੱਕ ਫਾਰਮੈਲਿਟੀ ਹੋ ਜਾਂਦੀ ਹੈ। ਉਸ ਪਾਠ ਕਰਨ ਦਾ ਕੋਈ ਮਜ਼ਾ ਨਹੀਂ ਆਉਂਦਾ, ਕੋਈ ਫਾਇਦਾ ਨਹੀਂ ਰਹਿ ਜਾਂਦਾ। ਅਕਾਲ ਪੁਰਖ ਦੇ ਦਰ ਤੇ ਉਹ ਹੀ ਪਾਠ ਕੀਤਾ ਪ੍ਰਵਾਨ ਹੋਵੇਗਾ ਜਿਹਨੂੰ ਇਕਾਗਰਤਾ ਦੇ ਨਾਲ ਕੀਤਾ ਜਾਵੇ, ਪਾਠ ਦੇ ਵਿੱਚ ਪੂਰਾ ਮਨ, ਪੂਰਾ ਧਿਆਨ ਲਾ ਕੇ ਉਹਨੂੰ ਕੀਤਾ ਜਾਵੇ। ਜੇਕਰ ਕੋਈ ਸਿੱਖ ਜਾਂ ਜਿੰਨੇ ਵੀ ਪਾਠ ਕਰਨਾ ਹੈ, ਜੇਕਰ ਆਪਾਂ ਆਪਣੀ ਪੂਰੀ ਨੀਂਦ ਜਿਹੜੀ ਹੈ ਉਹ ਪੂਰੀ ਕਰ ਲਈ ਜਾਵੇ, ਉੱਠਣ ਤੋਂ ਪਹਿਲਾਂ
ਸਵੇਰ ਨੂੰ ਉੱਠਣ ਤੋਂ ਪਹਿਲਾਂ ਜੇਕਰ ਪਹਿਲਾਂ 5-6 ਘੰਟੇ ਦੀ ਆਪਾਂ ਨੀਂਦ ਪੂਰੀ ਕਰ ਲਈਏ ਤਾਂ ਪਾਠ ਨੂੰ ਵਧੀਆ ਤਰ੍ਹਾਂ ਕੀਤਾ ਜਾ ਸਕਦਾ ਆ, ਨੀਂਦ ਨਹੀਂ ਆਉਂਦੀ। ਕਿਉਂਕਿ ਜੇਕਰ ਅਸੀਂ ਸ਼ਾਮ ਨੂੰ ਸਾਨੂੰ ਜਲਦੀ ਸੌਂ ਜਾਣਾ ਚਾਹੀਦਾ ਹੈ। ਰਾਤ ਨੂੰ ਜਿਹੜੇ ਲੋਕ ਹੁਣ 11-12 ਵਜੇ ਸੌਂਦੇ ਨੇ ਉਹ ਸਵੇਰ ਨੂੰ ਕਿਵੇਂ ਉੱਠਣਗੇ ਇੰਨੀ ਜਲਦੀ, ਤੇ ਜੇਕਰ ਉੱਠ ਵੀ ਜਾਂਦੇ ਨੇ ਤੇ ਪਾਠ ਕਰਨ ਵੇਲੇ ਨੀਂਦ ਜ਼ਰੂਰ ਆਉਂਦੀ ਹੋਵੇਗੀ। ਉਦਾਹਰਨ ਦੇ ਤੌਰ ਤੇ ਗੱਲ ਕਰਦੇ ਹਾਂ, ਜਿਵੇਂ ਪ੍ਰੀਖਿਆਵਾਂ ਹੁੰਦੀਆਂ ਆ, ਸਾਡਾ ਕੋਈ ਪੇਪਰ ਆ ਤੇ ਜੇਕਰ ਅਸੀਂ ਰਾਤ ਨੂੰ ਬਹੁਤ ਦੇਰ ਤੱਕ ਜਾਗਦੇ ਪੜ੍ਹਦੇ ਰਹਿੰਦੇ ਆ ਤਾਂ ਕਈਆਂ ਦੇ ਨਾਲ ਅਜਿਹਾ ਵਾਪਰਦਾ ਹੈ ਕਿ ਉਹਨਾਂ ਨੂੰ ਪੇਪਰ ਦੇ ਵਿੱਚ ਜਾ ਕੇ ਨੀਂਦ ਆਉਂਦੀ ਰਹਿੰਦੀ, ਕਿਉਂਕਿ ਉਹਨਾਂ ਨੂੰ ਉਨੀਂਦਰਾ ਹੋਇਆ ਰਹਿੰਦਾ ਹੈ। ਤੇ ਜੇਕਰ ਉਹੀ ਰਾਤ ਨੂੰ ਜਲਦੀ ਸੌਂ ਜਾਣ ਤੇ ਸਵੇਰ ਨੂੰ ਛੇਤੀ ਉੱਠ ਕੇ ਪੜ੍ਹਨ ਤਾਂ ਉਹ ਸਵੇਰ ਦਾ ਪੜ੍ਹਿਆ ਹੋਇਆ ਵੀ ਬਹੁਤ ਉਹਨਾਂ ਦੇ ਕੰਮ ਆਉਂਦਾ ਹੈ ਤੇ ਪੇਪਰ ਦੇ ਵਿੱਚ ਜਾ ਕੇ ਨੀਂਦ ਨਹੀਂ ਆਉਂਦੀ ਤੇ ਪੇਪਰ ਬਹੁਤ ਵਧੀਆ ਹੁੰਦਾ। ਕਿਉਂਕਿ ਜਿਹੜਾ ਅੰਮ੍ਰਿਤ ਵੇਲਾ ਉਹ ਹੁੰਦਾ ਹੀ ਇੰਨਾ ਵਧੀਆ ਕਿ ਉਸ ਵੇਲੇ ਆਪਾਂ ਕੋਈ ਵੀ ਚੀਜ਼ ਪੜ੍ਹਦੇ ਹਾਂ ਉਹਦਾ ਅਸਰ ਦੁੱਗਣਾ ਹੋ ਜਾਂਦਾ ਆ। ਅੰਮ੍ਰਿਤ ਵੇਲੇ ਨੂੰ ਸਿੱਖ ਧਰਮ ਦੇ ਵਿੱਚ, ਗੁਰਬਾਣੀ ਦੇ ਵਿੱਚ ਵੀ ਬਹੁਤ ਅਹਿਮੀਅਤ ਦਿੱਤੀ ਗਈ ਹੈ। ਭਾਵੇਂ ਕਿ ਸਾਰਾ ਦਿਨ ਹੀ ਬਹੁਤ ਵਧੀਆ ਆ, ਸਮਾਂ ਹਰ ਇੱਕ ਵਧੀਆ ਹੁੰਦਾ ਹੈ, ਕਦੇ ਵੀ ਪਾਠ ਕਰ ਸਕਦੇ ਹਾਂ, ਪਰ ਅੰਮ੍ਰਿਤ ਵੇਲੇ ਨੂੰ ਤੇ ਨਿਤਨੇਮ ਨੂੰ ਬਹੁਤ ਹੀ ਇੱਕ ਵਡਮੁੱਲਾ ਜਿਹੜਾ ਵੇਲਾ ਆ ਉਹ ਅੰਮ੍ਰਿਤ ਵੇਲਾ ਸਮਝਿਆ ਗਿਆ ਹੈ। ਅੰਮ੍ਰਿਤ ਵੇਲੇ ਨੂੰ ਹਰ ਕਿਸੇ ਨੂੰ ਸੰਭਾਲਣਾ ਚਾਹੀਦਾ ਹੈ ਤੇ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਸਤੇ ਜ਼ਰੂਰੀ ਇਹੀ ਹੈ ਕਿ ਅਸੀਂ ਰਾਤ ਨੂੰ ਛੇਤੀ ਸੋਈਏ ਤੇ ਅੰਮ੍ਰਿਤ ਵੇਲੇ ਛੇਤੀ ਉੱਠੀਏ, ਉੱਠ ਕੇ ਇਸ਼ਨਾਨ ਕਰਕੇ ਬਾਣੀ ਨੂੰ ਪੜ੍ਹੀਏ। ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਜਦੋਂ ਅਸੀਂ ਬਾਹਰ ਦੀਆਂ ਵਾਧੂ ਦੀਆਂ ਗੱਲਾਂ ਸੁਣਦੇ ਹਾਂ, ਗਾਣੇ ਸੁਣਦੇ ਹਾਂ ਜਾਂ ਕੋਈ ਹੋਰ ਮਨੋਰੰਜਕ ਜਿਹੜੀ ਗਤੀਵਿਧੀ ਉਹ ਕਰਦੇ ਹਾਂ ਤਾਂ ਸਾਨੂੰ ਬਿਲਕੁਲ ਨੀਂਦ ਨਹੀਂ ਆਉਂਦੀ, ਕੋਈ ਉਬਾਸੀ ਨਹੀਂ ਆਉਂਦੀ। ਤੇ ਉਹ ਕਿਉਂ ਹੁੰਦਾ ਆ? ਕਿਉਂਕਿ ਸਾਡਾ ਉਹਨਾਂ ਦੇ ਵਿੱਚ ਮਨ ਰੁੱਝਿਆ ਹੁੰਦਾ ਆ, ਪੂਰੇ ਮਨ ਤੋਂ ਆਪਾਂ ਉਹ ਕੰਮ ਕਰਦੇ ਹਾਂ, ਪਰ ਜਦੋਂ ਪਾਠ ਦੀ ਗੱਲ ਆਉਂਦੀ ਹੈ ਤੇ ਪਾਠ ਦੇ ਵਿੱਚ ਸਾਡਾ ਮਨ ਹੀ ਨਹੀਂ ਲੱਗਦਾ। ਦੂਜੀ ਗੱਲ ਕਿ ਜਦੋਂ ਨੀਂਦ ਪੂਰੀ ਵੀ ਹੋ ਜਾਵੇ ਤਾਂ ਵੀ ਕਈਆਂ ਨੂੰ ਉਨੀਂਦਰਾ ਰਹਿੰਦਾ ਆ, ਪਾਠ ਦੇ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ। ਰਾਤ ਨੂੰ ਛੇਤੀ ਸੌਂ ਵੀ ਗਏ, ਅੰਮ੍ਰਿਤ ਵੇਲੇ ਉੱਠ ਵੀ ਗਏ, ਪਰ ਪਾਠ ਕਰਨ ਦੇ ਵੇਲੇ ਉਹਨਾਂ ਦਾ ਮਨ ਨਹੀਂ ਲੱਗਦਾ। ਜਿਹੜਾ ਉਹਨਾਂ ਦਾ ਧਿਆਨ ਆ ਉਹ ਬਾਹਰ ਹੀ ਭਟਕਦਾ ਰਹਿੰਦਾ। ਉਹ ਵੀ ਇਸ ਕਰਕੇ ਹੀ ਹੁੰਦਾ ਆ ਕਿ ਸਾਡਾ ਜਿਹੜਾ ਮਨ ਆ, ਕਦੇ ਅਸੀਂ ਪਾਠ ਕੀਤਾ ਨਹੀਂ ਹੁੰਦਾ ਪਹਿਲਾਂ, ਤੇ ਜਦੋਂ ਅਸੀਂ ਹੁਣ ਪਾਠ ਸ਼ੁਰੂ ਕਰਦੇ ਹਾਂ ਤੇ ਸਾਡਾ ਮਨ ਬਾਹਰ ਭਟਕਦਾ ਰਹਿੰਦਾ ਹੈ। ਮਨ ਜਿਹੜਾ ਆ ਕਈ ਜਨਮਾਂ ਤੋਂ ਅਸੀਂ ਸਰੀਰਕ ਕੰਮਾਂ ਦੇ ਵਿੱਚ ਜਾਂ ਫਿਰ ਜਿਹੜੇ ਹੋਰ ਮਨੋਰੰਜਕ ਗਤੀਵਿਧੀਆਂ ਉਹਨਾਂ ਦੇ ਵਿੱਚ ਹੀ ਉਲਝੇ ਰਹਿੰਦੇ ਹਾਂ, ਇਸ ਕਰਕੇ ਸਾਡਾ ਮਨ ਪਾਠ ਵਿੱਚ ਨਹੀਂ ਲੱਗਦਾ। ਇਹਦੇ ਵਾਸਤੇ ਜ਼ਰੂਰੀ ਹੈ ਕਿ ਆਪਾਂ ਪਹਿਲਾਂ ਮਨ ਨੂੰ ਜਿਹੜਾ ਮਾਰ ਕੇ ਗੁਰਬਾਣੀ ਦੇ ਵਿੱਚ ਲਾਈਏ, ਉਹਨੂੰ ਜੋੜੀਏ। ਇੱਕ ਆਦਤ ਪਹਿਲਾਂ ਬਣਾਉਣੀ ਪਵੇਗੀ, ਉਸ ਆਦਤ ਜਿਹੜੀ ਹੈ ਉਹ ਹੌਲੀ ਹੌਲੀ ਹੀ ਬਣੇਗੀ। ਥੋੜੀ ਮੁਸ਼ਕਿਲ ਜ਼ਰੂਰ ਆਵੇਗੀ ਸ਼ੁਰੂ ਦੇ ਵਿੱਚ, ਪਰ ਆਦਤ ਜਦੋਂ ਬਣ ਜਾਂਦੀ ਹੈ ਤਾਂ ਫਿਰ ਕੋਈ ਮੁਸ਼ਕਿਲ ਨਹੀਂ ਆਉਂਦੀ। ਫਿਰ ਉਸ ਚੀਜ਼ ਨੂੰ, ਉਸ ਕੰਮ ਕਰਨ ਦਾ ਆਨੰਦ ਵੀ ਵੱਖਰਾ ਹੁੰਦਾ ਆ। ਤੇ ਜੇਕਰ ਅਸੀਂ ਇੱਕ ਡਿਊਟੀ ਸਮਝ ਕੇ, ਫਾਰਮੈਲਿਟੀ ਸਮਝ ਕੇ ਪਾਠ ਕਰਦੇ ਹਾਂ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਪਾਠ ਕਰਦੇ ਕਰਦੇ ਅਸੀਂ ਬੋਰ ਹੋ ਜਾਂਦੇ ਹਾਂ, ਕਿਉਂਕਿ ਜੇਕਰ ਸਾਡਾ ਮਨ ਵਿੱਚ ਨਹੀਂ ਮੰਨਿਆ, ਗੁਰਬਾਣੀ ਪਾਠ ਕਰਨ ਦੇ ਵਿੱਚ ਸਾਡਾ ਮਨ ਰੁੱਝਿਆ ਹੀ ਨਹੀਂ ਤੇ ਉਹ ਪਾਠ ਕਰਨਾ ਸਾਨੂੰ ਬੋਰਿੰਗ ਜਾਪੇਗਾ। ਜਿਵੇਂ ਆਪਾਂ ਇੱਕ ਹੀ ਕੰਮ ਨੂੰ ਰੋਜ਼-ਰੋਜ਼ ਕਰਦੇ ਹਾਂ, ਕੋਈ ਲਿਖਤ ਆ, ਕੋਈ ਪੜ੍ਹਨ ਵਾਲਾ ਕੰਮ ਆ, ਰੋਜ਼-ਰੋਜ਼ ਉਹਨੂੰ ਹੀ ਪੜ੍ਹੀ ਜਾਂਦੇ ਹਾਂ, ਰੋਜ਼ ਉਹਨੂੰ ਲਿਖੀ ਜਾਂਦੇ ਹਾਂ, ਤਾਂ ਸਾਡਾ ਮਨ ਉਹਦੇ ਤੋਂ ਅੱਕ ਜਾਂਦਾ, ਸਾਡਾ ਜੀਅ ਨਹੀਂ ਕਰਦਾ ਉਸ ਕੰਮ ਨੂੰ ਵਾਰ-ਵਾਰ ਕਰਨ ਤੋਂ। ਸਿਰਫ ਇੱਕ ਫਾਰਮੈਲਿਟੀ ਦੇ ਤੌਰ ਤੇ ਅਸੀਂ ਉਹਨੂੰ ਕਰਦੇ ਹਾਂ। ਪਰ ਦੇਖੋ, ਜਦੋਂ ਆਪਾਂ ਨੂੰ ਭੁੱਖ ਲੱਗਦੀ ਹੈ, ਆਪਾਂ ਭੋਜਨ ਖਾਂਦੇ ਹਾਂ, ਰੋਟੀ ਖਾਂਦੇ ਹਾਂ, ਉਹਦੇ ਤੋਂ ਸਾਡਾ ਮਨ ਨਹੀਂ ਅੱਕਦਾ। ਕਿਉਂ ਨਹੀਂ ਅੱਕਦਾ? ਕਿਉਂਕਿ ਸਾਨੂੰ ਜਿਉਂਦੇ ਰਹਿਣ ਵਾਸਤੇ ਉਹਦੀ ਜ਼ਰੂਰਤ ਆ। ਸਾਨੂੰ ਰੋਟੀ ਜਿਹੜੀ ਆ ਜਾਂ ਭੋਜਨ ਆ ਉਹ ਸਵਾਦ ਲੱਗਦਾ ਆ, ਅਸੀਂ ਉਹਨੂੰ ਖਾਂਦੇ ਆ, ਸਾਨੂੰ ਉਹਦੀ ਲੋੜ ਆ। ਇਸੇ ਤਰ੍ਹਾਂ ਗੁਰਬਾਣੀ ਹੈ ਕਿ ਗੁਰਬਾਣੀ ਦੀ ਵੀ ਭੁੱਖ ਅੰਦਰ ਪੈਦਾ ਕਰਨੀ ਪੈਂਦੀ ਹੈ। ਉਹ ਸਾਡੇ ਅੰਦਰ ਭੁੱਖ ਹੈ ਹੀ ਨਹੀਂ ਗੁਰਬਾਣੀ ਦੀ, ਤਾਂ ਹੀ ਸਾਨੂੰ ਗੁਰਬਾਣੀ ਸਵਾਦ ਹੀ ਨਹੀਂ ਲੱਗਦੀ। ਤੇ ਜਿਨ੍ਹਾਂ ਨੂੰ ਗੁਰਬਾਣੀ ਦੀ ਭੁੱਖ ਹੁੰਦੀ ਹੈ, ਜਿਨ੍ਹਾਂ ਦਾ ਉਸ ਪਰਮਾਤਮਾ ਦੇ ਨਾਲ, ਉਸ ਪ੍ਰੀਤਮ ਦੇ ਨਾਲ ਪਿਆਰ ਪੈਦਾ ਹੁੰਦਾ ਹੈ, ਤਾਂਘ ਹੁੰਦੀ ਹੈ, ਇੱਕ ਖਿੱਚ ਹੁੰਦੀ ਹੈ, ਉਹ ਗੁਰਬਾਣੀ ਨੂੰ ਗਾ ਕੇ, ਉਹਨੂੰ ਪੜ੍ਹ ਕੇ ਕਦੇ ਰੱਜਦੇ ਹੀ ਨਹੀਂ। ਗੁਰਬਾਣੀ ਦਾ ਵੀ ਫੁਰਮਾਨ ਹੈ, ਹਾਉ ਗੁਰ ਸਾਲਾਹੀ ਨਾ ਰਜਉ, ਮੈਂ ਮੇਲੇ ਹਰ ਪ੍ਰਭ ਪਾਸ। ਭਾਵ ਕਿ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਕਰਕੇ ਮੇਰਾ ਮਨ ਰੱਜਦਾ ਹੀ ਨਹੀਂ ਹੈ। ਤੇ ਉਸ ਗੁਰੂ ਨੂੰ ਗੁਰਬਾਣੀ ਦੇ ਰਾਹੀਂ ਹੀ, ਗੁਰਬਾਣੀ ਪੜ੍ਹ ਕੇ, ਉਹਨੂੰ ਗਾ ਕੇ ਹੀ ਸਲਾਹਿਆ ਜਾਂਦਾ ਹੈ। ਹੋਰ ਕਿਸੇ ਤਰ੍ਹਾਂ ਨਹੀਂ, ਹੋਰ ਕੋਈ ਵੀ ਤਰੀਕਾ ਨਹੀਂ ਹੈ। ਫੋਕੀਆਂ ਮਨਘੜਤ ਗੱਲਾਂ ਕਰ ਕਰਕੇ ਉਹਨੂੰ ਨਹੀਂ ਸਲਾਹਿਆ ਜਾ ਸਕਦਾ। ਇਸ ਬਾਰੇ ਗੁਰਬਾਣੀ ਦੇ ਵਿੱਚ ਇੱਕ ਹੋਰ ਬਹੁਤ ਸੋਹਣਾ ਫੁਰਮਾਨ ਹੈ, ਮੈਂ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰਬਿਨ ਜੀਵਾ ਮਾਉ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਤੇ ਜਿਹੜੇ ਗੁਰਬਾਣੀ ਦੇ ਵਿੱਚ ਜਿਨ੍ਹਾਂ ਦਾ ਮਨ ਮੰਨ ਜਾਂਦਾ ਹੈ, ਗੁਰਬਾਣੀ ਜਿਨ੍ਹਾਂ ਨੂੰ ਸਵਾਦ ਲੱਗਦੀ ਹੈ, ਜਿਨ੍ਹਾਂ ਨੂੰ ਆਨੰਦ ਆਉਂਦਾ ਹੈ, ਉਹ ਪੜ੍ਹ ਕੇ, ਗਾ ਕੇ, ਸੁਣ ਕੇ ਕਦੇ ਰੱਜਦੇ ਹੀ ਨਹੀਂ। ਜੇਕਰ ਆਪਾਂ ਦੁਨਿਆਵੀ ਪਿਆਰ ਦੀ ਇੱਕ ਗੱਲ ਵੇਖੀਏ, ਤੁਹਾਨੂੰ ਸਭ ਨੂੰ ਪਤਾ ਹੋਵੇਗਾ, ਦੁਨੀਆ ਦੇ ਵਿੱਚ ਸਾਡਾ ਜਦੋਂ ਕਿਸੇ ਦੇ ਨਾਲ ਪਿਆਰ ਪੈ ਜਾਂਦਾ ਹੈ, ਕੋਈ ਵੀ ਹੋਵੇ, ਭੈਣ ਭਰਾ, ਪ੍ਰੇਮੀ, ਮਾਂ ਬਾਪ, ਕਿਸੇ ਦੇ ਨਾਲ ਸਾਡਾ
ਪਿਆਰ ਪੈ ਜਾਂਦਾ ਹੈ ਤੇ ਜਦੋਂ ਉਹ ਜੀ ਸਾਡੇ ਤੋਂ ਵਿਛੜ ਜਾਂਦਾ ਹੈ ਤਾਂ ਕਿੰਨਾ ਬੁਰਾ ਹਾਲ ਹੁੰਦਾ ਹੈ, ਕਿਹੋ ਜਿਹਾ ਹਾਲ ਹੁੰਦਾ ਹੈ। ਤਾਂ ਜੇਕਰ ਇਹੀ ਪਿਆਰ ਸਾਡਾ ਉਸ ਪ੍ਰਮਾਤਮਾ ਦੇ ਨਾਲ ਪੈ ਜਾਵੇ ਜਿਨੇ ਸਾਨੂੰ ਬਣਾ ਕੇ ਇਸ ਧਰਤੀ ਤੇ ਭੇਜਿਆ, ਜੋ ਸਾਡੀ ਦੇਖ ਰੇਖ ਕਰ ਰਿਹਾ ਹੈ, ਜਿਨੇ ਸਾਨੂੰ ਰਿਜ਼ਕ ਦੇ ਰਿਹਾ ਹੈ, ਜੋ ਸਾਨੂੰ ਤੇ ਜੋ ਸਾਡੀ ਹਰ ਹਾਲ ਦੇ ਵਿੱਚ ਸੰਭਾਲਣਾ ਕਰ ਰਿਹਾ ਹੈ, ਹਰ ਮੁਸ਼ਕਿਲ ਦੀ ਘੜੀ ਦੇ ਵਿੱਚ, ਹਰ ਔਖਿਆਈ ਸੌਖਿਆਈ ਦੇ ਵਿੱਚ ਸਾਡੀ ਸੰਭਾਲਣਾ ਕਰ ਰਿਹਾ ਹੈ, ਸਾਡੀ ਮਦਦ ਕਰ ਰਿਹਾ ਹੈ। ਤੇ ਜੇਕਰ ਉਸ ਪਰਮਾਤਮਾ ਦੇ ਨਾਲ ਸਾਡਾ ਪਿਆਰ ਪੈ ਜਾਵੇ ਤਾਂ ਜਿਹੜੀ ਖੇਡ ਆ ਉਹ ਅਨੋਖੀ ਅਦਭੁਤ ਹੀ ਹੋ ਜਾਵੇਗੀ। ਅਸੀਂ ਉਹਦੇ ਬਿਨਾਂ ਕਦੇ ਰਹਿ ਨਹੀਂ ਸਕਦੇ ਤੇ ਉਹ ਜਿਹੜਾ ਸਾਨੂੰ ਅਹਿਸਾਸ ਹੈ ਉਹ ਗੁਰਬਾਣੀ ਤੋਂ ਹੀ ਹੋਵੇਗਾ। ਗੁਰਬਾਣੀ ਦਾ ਇੱਕ ਹੋਰ ਫਰਮਾਨ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਰ, ਸਾਵਧਾਨ ਏਕਾਗਰ ਚੀਤ। ਭਾਵ ਕਿ ਜੇਕਰ ਮਨ ਨੂੰ ਇਕਾਗਰ ਚਿੱਤ ਹੋ ਕੇ ਇੱਕ ਜਿਹੜਾ ਚਿੱਤ ਆ ਉਹਨੂੰ ਇੱਕ ਨਿਸ਼ਾਨੇ ਤੇ ਟਿਕਾ ਕੇ ਉਸ ਅਕਾਲ ਪੁਰਖ ਨੂੰ ਧਿਆਵਾਂਗੇ ਤਾਂ ਹੀ ਸਾਡਾ ਜਿਹੜਾ, ਜੇਕਰ ਇਹਦਾ ਕਰਾਂਗੇ ਤਾਂ ਪਾਠ ਕਰਨ ਤੇ ਸਾਨੂੰ ਨੀਂਦ ਬਿਲਕੁਲ ਨਹੀਂ ਆਵੇਗੀ। ਪਾਠ ਕਰਨ ਦੇ ਵੇਲੇ ਪ੍ਰਮਾਤਮਾ ਦਾ ਪਿਆਰ, ਪ੍ਰੇਮ, ਭੈ ਯਾਨੀ ਕਿ ਡਰ, ਅਦਬ, ਸਤਿਕਾਰ ਸਾਰਾ ਕੁਝ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਤਾਂ ਜਦੋਂ ਪਾਠ ਕਰਾਂਗੇ ਤਾਂ ਸਾਨੂੰ ਜਿਹੜੀ ਨੀਂਦ ਨਹੀਂ ਆਵੇਗੀ, ਸਾਡਾ ਮਨ ਪਾਠ ਦੇ ਵਿੱਚ ਪੂਰੀ ਤਰ੍ਹਾਂ ਨਾਲ ਲੱਗੇਗਾ, ਪੂਰੀ ਲਿਵ ਦੇ ਨਾਲ ਅਸੀਂ ਪਾਠ ਕਰ ਸਕਾਂਗੇ ਤੇ ਮਜ਼ਾ ਵੀ ਆਵੇਗਾ। ਨਿਤਨੇਮ ਦਾ ਪਾਠ ਕਰਨ ਨੂੰ ਵੈਸੇ ਵੀ ਦੇਖਿਆ ਜਾਵੇ ਤਾਂ ਇੱਕ ਸਿੱਖ ਨੂੰ ਪਾਠ ਕਰਨ ਨੂੰ ਘੰਟੇ ਤੋਂ ਵੀ ਘੱਟ ਸਮਾਂ ਲੱਗਦਾ ਹੈ ਤੇ ਜਿਨ੍ਹਾਂ ਨੂੰ ਪਾਠ ਜ਼ਬਾਨੀ ਯਾਦ ਹੋਵੇ ਉਹਦੇ ਨਾਲ ਦੀ ਕੋਈ ਰੀਸ ਹੀ ਨਹੀਂ। ਜੇਕਰ ਤੁਹਾਨੂੰ ਸਮਾਂ ਨਹੀਂ ਮਿਲਦਾ ਤਾਂ ਤੁਰਦੇ ਫਿਰਦੇ ਆਉਂਦੇ ਜਾਂਦੇ ਆਪਣੀ ਗੱਡੀ ਦੇ ਵਿੱਚ ਜਾਂ ਕਿਤੇ ਵੀ ਸੈਰ ਕਰਦੇ ਤੁਸੀਂ ਪਾਠ ਨੂੰ ਕਰ ਸਕਦੇ ਹੋ। ਨਹੀਂ ਤਾਂ ਵੈਸੇ ਵੀ ਜਦੋਂ ਕਿਸੇ ਨੂੰ ਜ਼ੁਬਾਨੀ ਯਾਦ ਹੋਵੇ ਨਿਤਨੇਮ ਦਾ ਪਾਠ ਤਾਂ 45 ਕੁ ਮਿੰਟ ਲੱਗਦੇ ਨੇ, ਇਹ ਤੋਂ ਵੀ ਘੱਟ ਸਮਾਂ ਸ਼ਾਇਦ ਲੱਗ ਸਕਦਾ ਆ ਪਾਠ ਕਰਨ ਦੇ ਵਾਸਤੇ। ਇਸ ਕਰਕੇ ਸਭ ਨੂੰ ਪਾਠ ਜ਼ੁਬਾਨੀ ਵੀ ਜ਼ਰੂਰ ਯਾਦ ਕਰਨਾ ਚਾਹੀਦਾ ਹੈ। ਇਸ ਤੋਂ ਬਿਨਾਂ ਨੀਂਦ ਨੂੰ ਦੂਰ ਕਰਨ ਵਾਸਤੇ ਕੁਝ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਤਾਂ ਰਾਤ ਨੂੰ ਨੀਂਦ ਪੂਰੀ ਕਰਨੀ ਚਾਹੀਦੀ ਹੈ। ਤੁਹਾਡਾ ਦਿਨ ਭਰ ਦਾ ਕੀ ਸ਼ਡਿਊਲ ਹੈ, ਤੁਸੀਂ ਕੀ ਕਰਦੇ ਹੋ, ਕਿੱਦਾਂ ਦੇ ਤੁਹਾਡੇ ਮਨ ਵਿੱਚ ਵਿਚਾਰ ਆਉਂਦੇ ਆ, ਕਿੱਦਾਂ ਦੇ ਤੁਹਾਡੇ ਰਹਿਣੀ ਬਹਿਣੀ ਹੈ, ਉਹ ਸਾਰਾ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਦਿਨ ਭਰ ਵਿੱਚ ਕੀ ਕਰਦੇ ਹੋ। ਚੰਗੇ ਕੰਮ, ਮਾੜੇ ਕੰਮ, ਉਹਨਾਂ ਦਾ ਇੱਕ ਲੇਖਾ ਜੋਖਾ ਜ਼ਰੂਰ ਤਿਆਰ ਕਰਨਾ ਚਾਹੀਦਾ ਹੈ। ਉਹਦੇ ਹਿਸਾਬ ਦੇ ਨਾਲ ਹੀ ਤੁਹਾਡਾ ਜਿਹੜਾ ਅੰਮ੍ਰਿਤ ਵੇਲਾ ਹੁੰਦਾ ਆ, ਉਹਦੇ ਹਿਸਾਬ ਦੇ ਨਾਲ ਹੀ ਤੁਹਾਡੇ ਦਿਮਾਗ ਦੇ ਵਿੱਚ ਜਿਹੜੇ ਬਾਹਰੀ ਫੁਰਨੇ ਆ ਉਹ ਆਉਂਦੇ ਨੇ। ਦੂਜੀ ਗੱਲ ਕਿ ਪਾਠ ਕਰਨ ਵੇਲੇ ਹਮੇਸ਼ਾ ਉੱਚੀ ਆਵਾਜ਼ ਦੇ ਵਿੱਚ ਪਾਠ ਕਰੋ ਜਿੰਨਾ ਤੁਹਾਡੇ ਕੰਨਾਂ ਨੂੰ ਆਵਾਜ਼ ਸੁਣਾਈ ਦੇ ਸਕੇ, ਕਿਉਂਕਿ ਜਦੋਂ ਆਪਾਂ ਉੱਚੀ ਬੋਲ ਕੇ ਪਾਠ ਕਰਦੇ ਹਾਂ ਤਾਂ ਨੀਂਦ ਸਾਡੇ ਨੇੜੇ ਨਹੀਂ ਆਉਂਦੀ, ਅਸੀਂ ਥੋੜ੍ਹੇ ਐਕਟਿਵ ਚੁਸਤੀ ਵਾਲੇ ਫੀਲ ਕਰੀਦਾ ਆ ਤਾਂ ਨੀਂਦ ਨਹੀਂ ਆਉਂਦੀ। ਫਿਰ ਤੀਜੀ ਗੱਲ ਕਿ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ, ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਕੇ ਪਾਠ ਕਰਨਾ ਚਾਹੀਦਾ ਆ। ਇਹਦੇ ਨਾਲ ਵੀ ਸਰੀਰ ਜਿਹੜਾ ਆ ਉਹ ਥੋੜ੍ਹਾ ਚੁਸਤ ਜਿਹਾ ਹੋ ਜਾਂਦਾ ਆ ਤੇ ਪਾਠ ਕਰਨ ਦਾ ਵੀ ਮਜ਼ਾ ਆਉਂਦਾ ਆ। ਜੇ ਹੋ ਸਕੇ ਤਾਂ ਕੇਸੀ ਇਸ਼ਨਾਨ ਵੀ ਕਰ ਲੈਣਾ ਚਾਹੀਦਾ ਹੈ, ਉਹਦੇ ਨਾਲ ਵੀ ਨੀਂਦ ਨਹੀਂ ਆਉਂਦੀ। ਇਸ ਤੋਂ ਅਗਲੀ ਗੱਲ ਕਿ ਮਨ ਦੇ ਵਿੱਚ ਇਹ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਕੀ ਪਤਾ ਸਾਡਾ ਅਖੀਰਲਾ ਦਿਨ ਹੋਵੇ, ਸਾਡਾ ਆਖਰੀ ਨਿਤਨੇਮ ਹੋਵੇ, ਇਸ ਸਮੇਂ ਦਾ ਲਾਹਾ ਖੱਟ ਲੈਣਾ ਚਾਹੀਦਾ ਹੈ। ਦੁਬਾਰਾ ਸਾਨੂੰ ਨਿਤਨੇਮ ਕਰਨ ਦਾ ਜਾਂ ਸਿਮਰਨ ਕਰਨ ਦਾ ਮੌਕਾ ਮਿਲੇ ਜਾਂ ਨਹੀਂ, ਇਹ ਕੁਝ ਨਹੀਂ ਪਤਾ। ਇਸ ਮਨ ਦੇ ਵਿੱਚ ਇਹ ਜਿਹੜੀ ਮੌਤ ਦਾ ਖਿਆਲ ਆ ਉਹ ਜ਼ਰੂਰ ਰੱਖਣਾ ਚਾਹੀਦਾ ਕਿ ਪਤਾ ਨਹੀਂ ਕਦੋਂ ਸਾਨੂੰ ਮੌਤ ਆ ਜਾਣੀ ਹੈ, ਕਿੰਨੇ ਕੁ ਸਾਡੇ ਸਵਾਸ ਲਿਖੇ ਹੋਏ ਆ ਇਹ ਸਾਨੂੰ ਨਹੀਂ ਪਤਾ। ਤੇ ਅਖੀਰਲੀ ਗੱਲ, ਜੇਕਰ ਫਿਰ ਵੀ ਕਿਸੇ ਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਤਾਂ ਉਹ ਇੱਕ ਹੋਰ ਜਿਹੜਾ ਕੰਮ ਉਹ ਕਰ ਸਕਦਾ ਹੈ ਕਿ 2 ਜਾਂ 3 ਜਣੇ ਸੰਗਤ ਰੂਪ ਦੇ ਵਿੱਚ ਪਾਠ ਕਰ ਸਕਦੇ ਨੇ। ਇੱਕ ਪੰਕਤੀ ਪੜ੍ਹ ਕੇ ਸਾਰੇ ਜਣੇ ਪਾਠ ਕਰ ਸਕਦੇ ਨੇ। ਇਹਦੇ ਨਾਲ ਨੀਂਦ ਤਾਂ ਬਿਲਕੁਲ ਨਹੀਂ ਆਵੇਗੀ ਤੇ ਨਾਲ ਦੀ ਨਾਲ ਸੰਗਤ ਦਾ ਜਿਹੜਾ ਆਨੰਦ ਹੈ, ਸੰਗਤ ਵੀ ਮਿਲ ਜਾਵੇਗੀ। ਸੋ ਇਹ ਕੁਝ ਕੁ ਧਿਆਨ ਦੇਣ ਵਾਲੀਆਂ ਗੱਲਾਂ ਨੇ ਜਿਹਦੇ ਨਾਲ ਆਪਾਂ ਪਾਠ ਕਰਨ ਵੇਲੇ, ਨਿਤਨੇਮ ਕਰਨ ਵੇਲੇ ਨੀਂਦ ਨੂੰ ਦੂਰ ਰੱਖ ਸਕਦੇ ਹਾਂ। ਉਮੀਦ ਕਰਦੇ ਹਾਂ ਕਿ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਤੁਸੀਂ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਕਿਸੇ ਦੇ ਕੰਮ ਇਹ ਆ ਸਕੇ ਤੇ ਨਿਤਨੇਮ ਦੇ ਪਾਠ ਨੂੰ ਤੁਸੀਂ ਸਾਰੇ ਬਣਾਈ ਰੱਖੀਏ। ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰਾਂ ਭਰਿਆ ਹੱਥ ਰੱਖੇ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।